ਪ੍ਰਵਾਸੀ ਟੀਵੀ ਤੇ ਸਾਡੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਇਸ ਵੇਲੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੰਟਾਰੀਓ ਦੇ ਵਿੱਚ ਇਲੈਕਸ਼ਨਸ ਦਾ ਇਹ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਪੂਰੇ ਜ਼ੋਰਾਂ ਤੇ ਹੈ ਔਰ ਸਿਰਫ ਲਗਭਗ ਇੱਕ ਹਫ਼ਤਾ ਬਚਿਆ ਚੋਣ ਪ੍ਰਚਾਰ ਨੂੰ। 2 ਜੂਨ ਨੂੰ ਵੋਟਾਂ ਪੈਣੀਆਂ। ਕਾਫੀ ਸਾਰੇ ਲੋਕ ਜਿਹੜੇ ਆਲਰੇਡੀ ਐਡਵਾਂਸ ਪੋਲਿੰਗ ਦੇ ਵਿੱਚ ਵੀ ਵੋਟ ਕਰ ਰਹੇ ਹੋਣਗੇ। ਸੋ ਐਡਵਾਂਸ ਪੋਲਿੰਗ ਜਿਹੜੀ ਹੈ ਉਹ ਆਲਰੇਡੀ ਜਾਰੀ ਹੈ। ਤਾਂ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਤੁਹਾਨੂੰ ਅਸੀਂ ਵੱਖ-ਵੱਖ ਕੈਂਡੀਡੇਟਸ ਨਾਲ ਮਿਲਾਈਏ, ਉਹਨਾਂ ਦੇ ਮੁੱਦਿਆਂ ਤੇ ਗੱਲ ਕਰੀਏ, ਜਿਹੜਾ ਉਹਨਾਂ ਨੂੰ ਐਕਸਪੀਰੀਅੰਸ ਹੋ ਰਿਹਾ ਡੋਰ ਨੌਕਿੰਗ ਕਰਦਿਆਂ ਕੰਪੇਨਿੰਗ ਦੇ ਦੌਰਾਨ ਉਹ ਜਾਣਨ ਦੀ ਕੋਸ਼ਿਸ਼ ਕਰੀਏ। ਤਾਂ ਸਾਡੇ ਨਾਲ ਅੱਜ ਸਾਡੇ ਸਪੈਸ਼ਲ ਗੈਸਟ ਨੇ ਸਟੂਡੀਓ ਦੇ ਵਿੱਚ ਸੰਦੀਪ ਸਿੰਘ ਹੋਰੀ, ਜਿਹੜੇ ਕਿ NDP ਦੇ ਬਰੈਂਪਟਨ ਦੀ ਨਾਰਥ ਰਾਈਡਿੰਗ ਤੋਂ ਉਮੀਦਵਾਰ ਨੇ। ਸੰਦੀਪ, ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ ਜੀ। ਇਟਸ ਆਲਵੇਜ਼ ਐਨ ਆਨਰ ਟੂ ਕਮ ਟੂ ਪ੍ਰਵਾਸੀ ਸਟੂਡੀਓ ਤੇ ਅੱਜ ਵੀ ਸਰੋਤਿਆਂ ਦੇ ਤੁਸੀਂ ਰੂਬਰੂ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਮੈਂ ਦੇਖ ਰਿਹਾ ਸੀ ਜਦੋਂ ਤੁਸੀਂ ਲਾਸਟ ਟਾਈਮ ਆਏ ਸਾਡੇ ਕੋਲ, ਫਸਟ ਟਾਈਮ ਰਾਦਰ ਆਏ ਸੀ, ਅਤੇ ਤੁਸੀਂ ਉਦੋਂ ਕਿਹਾ ਸੀ ਕਿ ਇਟ ਇਜ਼ ਜਸਟ ਮੈਂ ਅਜੇ ਸ਼ੁਰੂ ਕੀਤੀ ਆਪਣੀ ਕੈਂਪੇਨ, ਹੁਣ ਤੁਸੀਂ ਕਾਫੀ ਡੋਰ ਨੌਕਿੰਗ ਕਰ ਲਈ ਹੋਏਗੀ, ਮਸਟ ਬੀ ਮੀਟਿੰਗ ਲੋਟਸ ਆਫ ਪੀਪਲ ਫਰੋਮ ਯੂਰ ਰਾਈਡਿੰਗ। ਕੀ ਤੁਹਾਡਾ ਹੁਣ ਤੱਕ ਦਾ ਅੰਡਰਸਟੈਂਡਿੰਗ ਹੈ, ਐਕਸਪੀਰੀਅੰਸ ਹੈ ਇਹ ਸਾਰੀ ਕੰਪੇਨ ਦੇ ਦੌਰਾਨ? ਸੋ ਮੈਂ ਬਹੁਤ ਜ਼ਿਆਦਾ ਇੰਜੋਏ ਕਰਦਾ ਪਿਆ ਇਸ ਜਰਨੀ ਨੂੰ। ਇਸ ਜਰਨੀ ਦੇ ਵਿੱਚ ਮੈਨੂੰ ਬਹੁਤ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਪਿਆ, ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲ ਰਿਹਾ ਤੇ ਉਹਨਾਂ ਦੀਆਂ ਸੈਡ ਸਟੋਰੀਜ਼ ਵੀ ਸੁਣਨ ਦਾ ਮੌਕਾ ਮਿਲਦਾ ਪਿਆ ਆ। ਲੋਕੀ 19 ਸਾਲ ਦਾ ਦਰਦ ਜਿਹੜਾ ਆ ਉਹ ਮੇਰੇ ਨਾਲ ਸਾਂਝਾ ਕਰਦੇ ਪਏ ਆ। ਮੈਂ ਇਕੱਲਾ ਡੋਰਸ ਤੇ ਹੀ ਨਹੀਂ ਜਾ ਰਿਹਾ, ਮੈਂ ਵਾਲਮਾਰਟ ਪਲਾਜ਼ਾਸ ਦੇ ਬਾਹਰ ਜਾ ਕੇ ਖੜਦਾ ਹਾਂ, ਮੈਂ ਫਰਟੀਨੋਜ਼ ਦੇ ਬਾਹਰ ਜਾ ਕੇ ਖੜਦਾ ਹਾਂ, ਮੈਂ ਸਕੂਲਸ ਦੇ ਬਾਹਰ ਜਾ ਕੇ ਪੇਰੈਂਟਸ ਨੂੰ ਮਿਲ ਰਿਹਾ ਹਾਂ, ਮੈਂ ਡੋਰ ਟੂ ਡੋਰ ਜਾ ਰਿਹਾ ਹਾਂ। ਐਂਡ ਆਈ ਥਿੰਕ ਕਿ ਕੈਂਪੇਨ ਦੇ ਵਿੱਚ ਇਹ ਜ਼ਰੂਰੀ ਆ ਕਿ ਮੈਂ ਅਗਰ ਲੋਕਾਂ ਦੇ ਇਸ਼ੂਜ਼ ਨੂੰ ਸਮਝ ਨਹੀਂ ਸਕਾਂਗਾ ਤਾਂ ਮੈਂ ਉਹਨੂੰ ਸਹੀ ਤਰੀਕੇ ਦੇ ਨਾਲ ਕੁਈਨਸ ਪਾਰਕ ਦੇ ਵਿੱਚ ਰਿਪਰੈਜ਼ੈਂਟ ਵੀ ਨਹੀਂ ਕਰ ਸਕਾਂਗਾ। ਸੋ ਇਟਸ ਰੀਅਲੀ ਇੰਪੋਰਟੈਂਟ ਕਿ ਅਸੀਂ ਲੋਕਾਂ ਦੇ ਰੂਬਰੂ ਹੋ ਕੇ ਉਹਨਾਂ ਦੇ ਕੰਸਰਨਸ ਸੁਣ ਸਕੀਏ। ਲੋਕਾਂ ਦੇ ਜਿਹੜੇ ਤਕਲੀਫਾਂ ਨੇ, ਉਹ ਭਾਵੇਂ ਉਹ ਆਟੋ ਇੰਸ਼ੋਰੈਂਸ ਦਾ ਮੁੱਦਾ ਹੋਵੇ, ਭਾਵੇਂ ਉਹ ਹਸਪੀਟਲ ਦਾ ਮੁੱਦਾ ਹੋਵੇ, ਜਾਂ ਹਾਈਵੇ ਦੇ ਉੱਤੇ ਐਡੀ ਭੀੜ ਦਾ ਮੁੱਦਾ ਹੋਵੇ, ਜਾਂ ਐਜੂਕੇਸ਼ਨ ਦਾ ਮੁੱਦਾ ਹੋਵੇ, ਇਹ ਸਾਰੇ ਉਹ ਇਸ਼ੂਜ਼ ਨੇ ਜਿਹੜੇ 19 ਸਾਲਾਂ ਤੋਂ ਕੰਜ਼ਰਵੇਟਿਵਸ ਤੇ ਲਿਬਰਲਸ ਦੀ ਜਿਹੜੀ ਵਾਰੀ ਵਾਲੀ ਗੇਮ ਸੀਗੀ ਉਹਨੇ ਓਨਟਾਰੀਓ ਦਾ ਬਹੁਤ ਬੁਰਾ ਹਾਲ ਕੀਤਾ ਆ। ਔਰ ਉਹ ਲੋਕ ਆਪ ਹੁਣ ਇੱਕ ਬਦਲਾਅ ਵਾਲੇ ਪਾਸੇ ਨੂੰ ਮੂਵ ਕਰਦੇ ਪਏ ਨੇ। ਔਰ ਅਸੀਂ ਲੀਡਰਸ਼ਿਪ ਡਿਬੇਟ 'ਚ ਵੀ ਗੱਲ ਮਹਿਸੂਸ ਕੀਤੀ ਹੈ, ਓਵਰਆਲ ਵੀ ਦੇਖਿਆ। ਬਰੈਂਪਟਨ ਦੀ ਗੱਲ ਕਰੀਏ, ਹਾਈਵੇ 413 ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ, ਉਹ ਵੀ ਇੱਕ ਬੜੀ ਵੱਡੀ ਡਿਬੇਟ ਦਾ ਇਸ਼ੂ ਬਣਿਆ ਹੈ ਸਾਰੇ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ। ਹਾਲਾਂਕਿ ਬਰੈਂਪਟਨ ਜਾਂ ਪੀਲ ਦਾ ਇਸ਼ੂ ਹੈ ਇਸ ਇਲਾਕੇ ਦਾ, ਪਰ ਉਹ ਮੇਨ ਸਟ੍ਰੀਮ ਦੇ ਵਿੱਚ ਵੀ ਇਸ਼ੂ ਕਾਫੀ ਡਿਸਕਸ ਹੋ ਰਿਹਾ ਹੈ। ਮੈਜੋਰਿਟੀ ਆਫ ਦਾ ਮਿਊਨਿਸਪੈਲਿਟੀਜ਼ ਜਿਹੜੀਆਂ ਉਹ ਇਸ ਦੇ ਅਗੇਂਸਟ ਨੇ, ਬਾਕੀ 3 ਜਿਹੜੀਆਂ ਵਿਰੋਧੀ ਪਾਰਟੀਆਂ ਵੀ ਇਹਦੇ ਅਗੇਂਸਟ ਨੇ, ਪਰ ਡਗ ਫੋਰਡ ਜਾਂ ਉਹਨਾਂ ਦੀ ਜਿਹੜੀ PC ਪਾਰਟੀ ਹੈ ਉਹ ਇਹਦੇ ਹੱਕ ਦੇ ਵਿੱਚ ਹੈ। ਉਹਦੇ ਚਲਦਿਆਂ NDP ਨੇ ਪਿਛਲੇ ਹਫ਼ਤੇ ਇਹ ਕਿਹਾ ਕਿ ਅਸੀਂ 407 ਦੇ ਉੱਤੇ ਜਿਹੜੇ ਟਰੱਕਰਜ਼ ਹੈ ਉਹਨਾਂ ਲਈ ਟੋਲ ਨੂੰ ਫ੍ਰੀ ਕਰ ਦਿਆਂਗੇ। ਇਹ ਆਪਣੇ ਆਪ 'ਚ ਇੱਕ ਨਵੀਂ ਜਿਹੜੀ NDP ਵੱਲੋਂ ਇੱਕ ਆਫਰ ਕੀਤੀ ਗਈ ਹੈ ਇਸ ਸਾਰੇ ਚੋਣ ਮੁਹਿੰਮ ਦੇ ਦੌਰਾਨ, ਜਿਹੜੀ ਸ਼ੁਰੂਆਤ 'ਚ ਨਹੀਂ ਸੀਗੀ। ਤਾਂ ਅਚਾਨਕ NDP ਨੇ ਜਿਹੜਾ ਫੈਸਲਾ ਲਿਆ, ਇਹਦੇ ਬਾਰੇ ਦਿਓ ਜਾਣਕਾਰੀ। ਸੋ ਤੁਹਾਡੀ ਗੱਲ ਬਹੁਤ ਵਧੀਆ, ਬਿਲਕੁਲ ਸਹੀ ਹੈ ਕਿ ਡਗ ਫੋਰਡ ਸਾਹਿਬ ਹੁਣੀ ਕੁਛ ਇਸ਼ੂਜ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਪਰ ਮੇਰਾ ਸਵਾਲ ਆ, ਔਰ ਮੈਨੂੰ ਇੱਦਾਂ ਲੱਗਦਾ ਕਿ ਡਗ ਫੋਰਡ ਸਾਹਿਬ ਹੁਣੀ ਹਰੇਕ ਇਲੈਕਸ਼ਨ ਦੇ ਵਿੱਚ ਕੁਛ ਅਨਾਊਂਸਮੈਂਟਸ ਕਰਦੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਸਰੋਤਿਆਂ ਨੂੰ ਯਾਦ ਹੋਊਗਾ ਕਿ ਹਾਈਡਰੋ 1 ਲਿਬਰਲਸ ਨੇ ਵੇਚਿਆ ਸੀਗਾ ਤੇ ਡਗ ਫੋਰਡ ਸਾਹਿਬ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾ ਦਿਓ, ਅਸੀਂ ਤੁਹਾਡੇ ਹਾਈਡਰੋ ਦੀਆਂ ਪ੍ਰਾਈਸਿਸ ਨੀਚੇ ਲੈ ਕੇ ਜਾਵਾਂਗੇ। ਹੋਇਆ ਕਿ 4.3% ਪ੍ਰਾਈਸਿਸ ਸਾਡੀਆਂ ਇਨਕਰੀਜ਼ ਹੋਈਆਂ ਨੇ। ਡਗ ਫੋਰਡ ਸਾਹਿਬ ਨੇ ਪਿਛਲੀ ਇਲੈਕਸ਼ਨ ਵੇਲੇ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਬਣਾਉਂਗੇ ਤਾਂ ਗੈਸ ਦੀਆਂ ਪ੍ਰਾਈਸਿਸ ਉੱਪਰ ਨਹੀਂ ਜਾਣਗੀਆਂ। ਹੋਇਆ ਕਿ ਤੁਹਾਡੇ ਸਾਹਮਣੇ ਆ। ਇਸੇ ਤਰੀਕੇ ਨਾਲ ਹੁਣ ਵੀ ਜਿਹੜੇ ਪ੍ਰੋਮਿਸਿਸ ਕੀਤੇ ਜਾ ਰਹੇ ਆ, ਦੋਜ਼ ਆਰ ਇਲੈਕਸ਼ਨ ਪ੍ਰੋਮਿਸਿਸ। ਡਗ ਫੋਰਡ ਸਾਹਿਬ ਉਹਨਾਂ ਦੇ ਉੱਤੇ ਭਰੋਸਾ ਇਸ ਲਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਰੈਂਪਟਨ 'ਚ ਆਈ ਹੋਈ ਯੂਨੀਵਰਸਿਟੀ ਨੂੰ ਠੁਕਰਾ ਦਿੱਤਾ ਗਿਆ ਇਹ ਡਗ ਫੋਰਡ ਸਾਹਿਬ ਹੁਣਾਂ ਕਰੋ। ਮੁੱਦਾ ਕੀ ਆ? ਮੁੱਦਾ ਹੈਗਾ ਹੈ ਕਿ ਹਾਈਵੇਜ਼ ਦੇ ਉੱਤੇ ਭੀੜ ਆ, ਕੋਈ ਸ਼ੱਕ ਨਹੀਂ ਇਹ ਹੈਗਾ ਆ, ਪਰ ਇਹਦਾ ਜਵਾਬ ਕੀ ਆ? ਕੀ ਅਸੀਂ ਉਸ ਭੀੜ ਨੂੰ 10 ਸਾਲ ਲਈ ਬਰਦਾਸ਼ਤ ਕਰਨਾ ਹੈ ਜਾਂ ਉਸ ਮੁੱਦੇ ਦਾ ਹੱਲ ਸਾਨੂੰ ਅੱਜ ਚਾਹੀਦਾ ਆ? ਇਹ ਤਾਂ ਉਹੀ ਗੱਲ ਹੋ ਗਈ ਨਾ, ਭੁੱਖ ਮੈਨੂੰ ਅੱਜ ਲੱਗੀ ਹੋਵੇ, ਰੋਟੀ ਮੈਨੂੰ ਕਹੀ ਜਾਵੇ ਕਿ 10 ਸਾਲ ਬਾਅਦ ਦਿੱਤੀ ਜਾਊਗੀ। ਹਾਊ ਡਸ ਦੈਟ ਮੇਕ ਸੈਂਸ? ਸੋ ਮੁੱਦਾ ਇਹ ਆ ਕਿ ਅੱਜ ਕਿਵੇਂ ਅਸੀਂ ਉਹਨਾਂ ਹਾਈਵੇਜ਼ ਤੋਂ ਭੀੜ ਘਟਾ ਸਕਦੇ ਹਾਂ। ਸਾਡੇ ਕੋਲ ਇੱਕ ਇਨਫਰਾਸਟ੍ਰਕਚਰ ਦਾ ਪੀਸ ਪਿਆ ਆ,
ਜੋ ਕਿ ਵੇਸਟ ਹੋ ਰਿਹਾ ਆ। ਉਹ ਫੀਸ ਜਿਸ ਦੇ ਉੱਤੇ ਪਿਛਲੇ ਸਾਲ ਕੁਝ ਮਹੀਨੇ ਪਹਿਲਾਂ ਇੱਕ ਹਵਾਈ ਜਹਾਜ਼ ਲੈਂਡ ਕਰ ਗਿਆ ਸੀਗਾ, ਲਾਈਕ ਜਹਾਜ਼ ਲੈਂਡ ਕਰਦਾ ਪਿਆ ਹੈ ਉਸ ਫੀਸ ਦੇ ਉੱਤੇ। ਉਹ ਹਾਈਵੇ ਬਣਿਆ ਸੀ ਲੋਕਾਂ ਵਾਸਤੇ, ਉਹ ਹਾਈਵੇ ਬਣਿਆ ਸੀਗਾ ਕਿ ਜਿਹੜੀ ਭੀੜ ਹੈਗੀ ਆ ਉਹਨੂੰ 407 ਦੇ ਉੱਤੇ ਮੂਵ ਕੀਤਾ ਜਾ ਸਕੇ, ਬਟ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਹੋ ਰਹੀ। ਉਹ ਸਾਡੇ ਟੈਕਸ ਪੇਅਰਸ ਦੇ ਪੈਸਿਆਂ ਨਾਲ ਬਣਿਆ ਹੋਇਆ ਹਾਈਵੇ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨ ਵਾਸਤੇ ਅਸੀਂ ਅਨਾਉਂਸ ਕੀਤਾ ਹੈ ਕਿ ਜਿਹੜੇ ਟਰੱਕਰਸ ਨੇ ਤਕਰੀਬਨ ਇੱਕ ਦਿਨ ਦੇ ਵਿੱਚ ਅਪਰੋਕਸੀਮੇਟਲੀ 22,000 ਟਰੱਕ ਹਾਈਵੇਜ਼ ਦੇ ਉੱਤੇ ਚੱਲ ਰਿਹਾ, 400 ਸੀਰੀਜ਼ ਤੇ ਚੱਲ ਰਿਹਾ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਉਹ ਜਿਹੜਾ 400 ਸੀਰੀਜ਼ ਦੇ ਉੱਤੇ ਟਰੱਕਸ ਚੱਲਦੇ ਪਏ ਨੇ ਉਹਨਾਂ ਨੂੰ 407 ਤੇ ਮੂਵ ਕੀਤਾ ਜਾਵੇ, ਸੋ ਦੈਟ 400 ਸੀਰੀਜ਼ ਦੇ ਉੱਤੇ ਵੀ ਰਸ਼ ਘਟੇ, ਲੋਕੀ ਆਪਣੀ ਫੈਮਿਲੀ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਨ, ਨਾ ਕਿ ਸੜਕਾਂ ਦੇ ਉੱਤੇ। ਵੈਰੀ ਗੁੱਡ। ਔਰ ਇਹ ਇੱਕ ਮੁੱਦਾ ਐਸਾ ਹੈ ਜਿਹੜਾ ਇਸ ਵੇਲੇ ਬੜੀ ਡਿਬੇਟ ਦੇ ਵਿੱਚ ਹੈ, ਔਰ NDP ਨੇ ਇਹ ਜਿਹੜੀ ਆਫਰ ਕੀਤਾ ਹੈ ਇਹਦੇ 'ਚ ਕੁਝ ਲੋਕ ਅਜੇ ਸਵਾਲ ਕਰ ਰਹੇ ਆ ਕਿ ਪ੍ਰੈਕਟੀਕਲੀ ਇਹ ਕਿਵੇਂ ਪੋਸੀਬਲ ਹੋਏਗਾ, ਕਿਉਂਕਿ 407 ਇੱਕ ਪ੍ਰਾਈਵੇਟ ਕੰਪਨੀ ਦੇ ਹੱਥ ਹੈ, ਤਾਂ ਸਰਕਾਰ ਇਹਦੇ 'ਚ ਕਿਵੇਂ ਇੰਟਰਵੀਨ ਕਰੇਗੀ? ਸੋ ਇੱਕ ਚੀਜ਼ ਤਾਂ ਸਮਝ ਆਉਂਦੀ ਆ, ਇਹੀ ਤੁਹਾਡੇ ਸਵਾਲ ਤੋਂ ਹੀ ਸਮਝ ਆਉਂਦੀ ਹੈ ਕਿ ਭਾਵੇਂ ਉਹ ਕੰਜ਼ਰਵੇਟਿਵਸ ਹੋਣ ਤੇ ਭਾਵੇਂ ਉਹ ਲਿਬਰਲਸ ਹੋਣ, ਸਾਡੀਆਂ ਚੀਜ਼ਾਂ ਨੂੰ, ਲੋਕਾਂ ਦੀਆਂ ਚੀਜ਼ਾਂ ਨੂੰ, ਸਰਕਾਰੀ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ ਇਹਨਾਂ ਨੂੰ ਮਹਾਰਤ ਆ, ਇਹਨਾਂ ਨੂੰ ਐਕਸਪੀਰੀਅੰਸ ਆ। ਕੰਜ਼ਰਵੇਟਿਵਸ ਨੇ 407 ਨੂੰ ਪ੍ਰਾਈਵੇਟਾਈਜ਼ ਕੀਤਾ, ਲਿਬਰਲਸ ਨੇ ਹਾਈਡਰੋ ਨੂੰ ਪ੍ਰਾਈਵੇਟਾਈਜ਼ ਕੀਤਾ ਹੈਗਾ ਆ। ਬਟ ਦ ਪੁਆਇੰਟ ਇਜ਼ ਕਿ ਤੁਸੀਂ ਇਹ ਸੋਚੋ ਕਿ ਅਗਰ ਤੁਸੀਂ ਸਰਕਾਰ ਦੇ $5 ਵੀ ਦੇਣੇ ਹੋਣ ਤੇ ਸਰਕਾਰ ਤੋਂ ਤੁਹਾਨੂੰ ਕਾਲਸ ਤੇ ਕਾਲਸ, ਚਿੱਠੀਆਂ ਦੇ ਚਿੱਠੀਆਂ ਆਉਂਦੀਆਂ ਰਹਿੰਦੀਆਂ ਕਿ ਤੁਹਾਡੇ ਇਹ ਡਿਊਜ਼ ਨੇ, ਤੁਸੀਂ ਇਹ ਡਿਊਜ਼ ਪੇ ਕਰੋ। ਪਰ ਇੱਕ ਕੰਪਨੀ ਐਸੀ ਆ ਜਿਹੜੇ ਬਿਲੀਅਨਸ ਆਫ ਡਾਲਰਸ ਡਿਊਜ਼ ਪਏ ਨੇ, ਜਿਹੜੇ ਫਾਈਨਸ ਪੇ ਕਰਨ ਨੂੰ ਪਏ ਨੇ, ਪਰ ਡਗਫੋਰਡ ਸਾਹਿਬ ਨੇ ਅੱਜ ਤੱਕ ਉਹ ਫਾਈਨਸ ਕਲੈਕਟ ਨਹੀਂ ਕੀਤੇ। ਡਗਫੋਰਡ ਸਾਹਿਬ ਨੂੰ ਉਹ ਫਾਈਨਸ ਵਾਪਸ ਲੈਣੇ ਯਾਦ ਨਹੀਂ ਆਏ ਕਿ ਸਾਡੇ ਲੋਕਾਂ ਦਾ ਪੈਸਾ, ਸਾਡੀ ਮਿਹਨਤ ਦੀ ਕਮਾਈ ਜਿਹੜੀ ਅਸੀਂ ਟੈਕਸਿਸ ਦੇ ਰੂਪ 'ਚ ਦਿੱਤੀ, ਉਹਦੇ ਨਾਲ ਉਹ ਹਾਈਵੇ ਬਣਿਆ, ਉਹਨੂੰ ਪ੍ਰੋਪਰਲੀ ਯੂਟਿਲਾਈਜ਼ ਨਾ ਹੋਣ ਕਰਕੇ 407 ਦੇ ਉੱਤੇ ਫਾਈਨ ਸੀਗੇ। ਉਹ ਫਾਈਨਸ ਜਿਹੜੇ ਸੀਗੇ ਉਹ ਸਰਕਾਰ ਨੂੰ ਦੇਣੇ ਬਣਦੇ ਸੀ, ਉਹ ਲਿੱਤੇ ਨਹੀਂ ਗਏ। ਅਸੀਂ ਉਹਨਾਂ ਫਾਈਨਸ ਦੇ ਬਦੌਲਤ ਹੀ ਜਿਹੜਾ ਫਾਈਨ ਆਲਰੇਡੀ 407 ਨੇ ਸਾਡਾ ਪੇ ਕਰਨਾ ਹੈ, ਲੋਕਾਂ ਦਾ ਪੇ ਕਰਨਾ, ਸਰਕਾਰ ਦਾ ਪੇ ਕਰਨਾ, ਉਹਨਾਂ ਫਾਈਨਸ ਦੇ ਨਾਲ 407 ਦੇ ਉੱਤੇ ਟਰੱਕਰਸ ਨੂੰ ਫ੍ਰੀ ਦੇ ਵਿੱਚ ਚੜਾਵਾਂਗੇ। ਚਲੋ ਜੀ, ਸਾਡੀ ਗੱਲਬਾਤ ਹੋ ਰਹੀ ਹੈ ਸੰਦੀਪ ਸਿੰਘ ਹੋਰਾਂ ਨਾਲ, NDP ਉਮੀਦਵਾਰ ਬਰੈਂਪਟਨ ਨਾਰਥ ਤੋਂ। ਸੋ ਇਲੈਕਸ਼ਨ 2 ਜੂਨ ਨੂੰ ਹੈ। ਤੁਹਾਨੂੰ ਅਸੀਂ ਬਾਰ-ਬਾਰ ਇੱਕ ਗੱਲ ਤੇ ਪਹਿਲਾਂ ਯਾਦ ਕਰਵਾ ਰਹੇ ਹਾਂ ਕਿ ਪਲੀਜ਼ ਗੋ ਆਊਟ ਐਂਡ ਵੋਟ। ਉਹਦਾ ਰੀਜ਼ਨ ਇੱਕੋ ਹੀ ਹੈ ਕਿ ਇਸ ਮੁਲਕ ਦੇ ਵਿੱਚ ਜਿੱਥੇ ਅਸੀਂ ਆਏ ਹਾਂ ਸਾਨੂੰ ਬਹੁਤ ਫੈਸਿਲਿਟੀਜ਼ ਮਿਲੀਆਂ, ਬਹੁਤ ਸਾਰੇ ਅਸੀਂ ਇੱਥੋਂ ਦੇ ਬੈਨੀਫਿਟਸ ਲੈਂਦੇ ਹਾਂ, ਲੇਕਿਨ ਸਾਡੀਆਂ ਕੁਝ ਰਿਸਪੌਂਸਿਬਿਲਿਟੀਜ਼ ਵੀ ਨੇ। ਔਰ ਇਹ ਵੀ ਜਿਹੜਾ ਵੋਟ ਦਾ ਹੱਕ ਹੈ ਸਾਨੂੰ ਐਵੇਂ ਨਹੀਂ ਮਿਲਿਆ। ਸਾਡੇ ਜਿਹੜੇ ਵੱਡੇ ਵਡੇਰੇ ਸੀ, ਕਿੰਨੇ ਸੰਘਰਸ਼ ਕੀਤੇ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀਆਂ ਐਜੀਟੇਸ਼ਨਾਂ ਲੜੀਆਂ, ਔਰ ਅੱਜ ਅਸੀਂ ਇਸ ਪੋਜੀਸ਼ਨ 'ਚ ਹੈਗੇ ਹਾਂ ਕਿ ਅਸੀਂ ਇਸ ਮੁਲਕ ਦੇ ਵਿੱਚ ਆਪਣੀ ਸਾਡੀ ਇੱਕ ਸੇ ਹੈ, ਵੋਟ ਦੇ ਰਾਹੀਂ ਬਹੁਤ ਵੱਡੀ ਸਾਡੀ ਇਹ ਤਾਕਤ ਹੈ। ਔਰ ਜੇਕਰ ਅਸੀਂ ਵੋਟ ਨਹੀਂ ਪਾਵਾਂਗੇ ਤਾਂ ਕੱਲ੍ਹ ਨੂੰ ਅਸੀਂ ਕਿਸੇ ਵੀ ਹੱਕ ਦੇ ਨਾਲ ਇਹ ਗੱਲ ਨਹੀਂ ਕਹਿ ਸਕਦੇ ਕਿ ਚੰਗੀ ਸਰਕਾਰ ਬਣੀ ਹੈ ਜਾਂ ਮਾੜੀ, ਚੰਗੇ ਉਮੀਦਵਾਰ ਜਿੱਤੇ ਆ ਜਾਂ ਮਾੜੇ। ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਕ ਦਾ ਉਮੀਦਵਾਰ ਚੋਣ ਜਿੱਤੇ ਤੇ ਤੁਹਾਨੂੰ ਫਿਰ ਵੋਟ ਜ਼ਰੂਰ ਪਾਣੀ ਪਏਗੀ, ਤਾਂ ਹੀ ਇਹ ਸੰਭਵ ਹੋਏਗਾ। ਇਸ ਕਰਕੇ ਪਲੀਜ਼ ਜੇ ਐਡਵਾਂਸ ਪੋਲਿੰਗ ਰਾਹੀਂ ਵੋਟ ਪਾ ਸਕਦੇ ਹੋ ਤਾਂ ਪਾਓ, ਨਹੀਂ ਤੇ 2 ਜੂਨ ਨੂੰ ਲਾਸਟ ਡੇ ਹੈ, ਫਾਈਨਲ ਡੇ ਹੈ ਵੋਟਿੰਗ ਦਾ, ਜ਼ਰੂਰ ਵੋਟ ਪਾਣਾ। ਸੋ ਐਂਡਰੀਆ ਹਾਰਵਥ ਹੋਰੀ ਸ਼ਿਕਾਰ ਹੋਏ ਕੋਵਿਡ ਦਾ, ਉਹਨਾਂ ਨੇ ਬ੍ਰੇਕ ਕੀਤੀ ਆਪਣੀ ਚੋਣ ਮੁਹਿੰਮ। ਤਾਂ ਕਈ ਵਾਰੀ ਮੈਨੂੰ ਇਹ ਵੀ ਚੰਗਾ ਲੱਗਦਾ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਇੰਨੀ ਪੀਕ 'ਤੇ ਚੋਣ ਮੁਹਿੰਮ ਦੇ ਦੌਰਾਨ ਵੀ ਜੇ ਉਹਨਾਂ ਨੂੰ ਲੱਗਾ ਕਿ ਨਹੀਂ, ਉਹਨਾਂ ਦਾ ਇਹ ਅਖਲਾਕੀ ਫਰਜ਼ ਬਣਦਾ ਹੈ ਕਿ ਕੋਵਿਡ ਤੋਂ ਇਨਫੈਕਟਡ ਹੋਣ ਕਰਕੇ ਸ਼ੀ ਸ਼ੁਡ ਆਈਸੋਲੇਟ, ਤਾਂ ਆਈ ਬਿਲੀਵ ਸ਼ੀ ਇਜ਼ ਕਮਿੰਗ ਬੈਕ ਸੂਨ। ਸ਼ੀ ਸ਼ੁਡ ਬੀ ਕਮਿੰਗ ਬੈਕ ਸੂਨ। ਸੋ ਅਸੀਂ ਸਾਰੇ ਇੱਕ ਪੈਂਡੇਮਿਕ ਤੋਂ ਨਿਕਲੇ ਹੈਗੇ ਆ, ਐਂਡ ਅਨਫੋਰਚੂਨੇਟਲੀ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਸਾਡੇ ਲੀਡਰ ਨੂੰ COVID ਪੋਜ਼ਿਟਿਵ ਉਹ ਡਾਇਗਨੋਸ ਹੋਏ ਸੀਗੇ, ਐਂਡ she has been isolating and we expect to see her soon healthy। ਔਰ ਇਨ ਦਾ ਮੀਨ ਟਾਈਮ ਤੁਹਾਨੂੰ ਦੱਸ ਦਈਏ ਜੀ, ਜਗਮੀਤ ਸਿੰਘ ਹੋਰਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। NDP ਦੇ ਫੈਡਰਲ ਲੀਡਰ ਜਗਮੀਤ ਸਿੰਘ ਹੋਰੀ ਅੱਜ ਕੱਲ੍ਹ ਉਹਨਾਂ ਦੀ ਬੱਸ ਦੇ, ਐਂਡਰੀਆ ਹਾਰਵਥ ਦੀ ਬੱਸ 'ਤੇ ਸਵਾਰ ਹੋ ਕੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਕੈਂਪੇਨ ਨੂੰ ਜਾਰੀ ਰੱਖਿਆ ਹੋਇਆ ਹੈ। ਸੋ ਫਾਰ ਤੁਸੀਂ ਦੱਸ ਰਹੇ ਸੀ ਕਿ ਕਾਫੀ ਤੁਹਾਨੂੰ ਜਿਹੜੇ ਇਸ਼ੂਜ਼ ਲੋਕਾਂ ਦੇ ਦਰਪੇਸ਼ ਨੇ ਉਹ ਸੁਣਨ ਨੂੰ ਮਿਲ ਰਹੇ ਨੇ, ਤੋ ਕੋਈ ਹੋਰ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ? ਸੋ ਮੈਂ ਤੁਹਾਨੂੰ ਹੈਲਥ ਕੇਅਰ ਦੀ ਸਟੋਰੀ ਦੱਸਦਾ ਹਾਂ। ਮੈਂ ਡੋਰ ਨੌਕਿੰਗ ਕਰਦਾ ਪਿਆ ਤੇ ਇੱਕ ਬਜ਼ੁਰਗ ਨੂੰ ਮਿਲਿਆ। ਸੋ ਆਈ ਜਸਟ ਵੈਂਟ ਟੂ ਹਿਸ ਹਾਊਸ ਤੇ ਮੈਂ ਉਹਨਾਂ ਨੂੰ ਆਫਕੋਰਸ ਇਹ ਕਹਿਣਾ ਸੀ ਕਿ ਸਾਡੀ ਸਪੋਰਟ ਕਰੋ। ਸੋ ਆਈ ਹੈਂਡਡ ਓਵਰ ਮਾਈ ਫਲਾਇਰ ਟੂ ਹਿਮ ਐਂਡ ਹੀ ਸਟਾਰਟਡ ਕ੍ਰਾਈਂਗ। ਲਾਈਕ ਮੈਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਕਿਵੇਂ ਰਿਐਕਟ ਕਰਾਂ। ਸੋ ਉਹਨਾਂ ਨੇ
ਤੋਤਲੀ ਦੀ ਜ਼ੁਬਾਨ ਦੇ ਵਿੱਚ ਹੀ ਵਾਸਨਟ ਏਬਲ ਟੂ ਸਪੀਕ ਪ੍ਰੋਪਰਲੀ ਆਪਣੀ ਦਰਦ ਦੀ ਕਹਾਣੀ ਸੁਣਾਈ ਮੈਨੂੰ ਕਿ ਹੀ ਫੈਲਟ ਕਿ ਉਹਨਾਂ ਨੂੰ ਕਾਰਡੀਅਕ ਅਟੈਕ ਆ ਰਿਹਾ। ਹੀ ਵੈਂਟ ਟੂ ਬਰੈਂਪਟਨ ਹਸਪੀਟਲ ਨੇ ਉਹਨਾਂ ਨੂੰ ਇਟੋਬੀਕੋ ਹਸਪੀਟਲ ਭੇਜਤਾ। ਐਟ ਦ ਐਂਡ ਲਾਈਕ ਸਟੋਰੀ ਇਜ਼ ਕਿ ਉਹਨਾਂ ਦੀ ਇੱਕ ਸਾਈਡ ਜਿਹੜੀ ਆ ਪੈਰਾਲਾਈਜ਼ ਹੋ ਗਈ ਐਂਡ ਈਵਨ ਹਿਸ ਫੇਸ ਵਾਸ ਲਾਈਕ ਥੋੜਾ ਜਿਹਾ ਸੋ ਦੈਟ ਉਹਨਾਂ ਨੂੰ ਬੋਲਣ 'ਚ ਵੀ ਤਕਲੀਫ ਸੀਗੀ। ਆਈ ਕੁਡਨਟ ਟੈਲ ਹਿਮ, ਮੈਂ ਉਹਨਾਂ ਨੂੰ ਕੁਝ ਕਹਿ ਹੀ ਨਹੀਂ ਸਕਿਆ ਕਿ ਹਾਂ ਸਾਡੀ ਸਪੋਰਟ ਕਰੋ ਜਾਂ ਸਾਡਾ ਜਿਹੜਾ ਇਨਫਰਾਸਟ੍ਰਕਚਰ। ਮੈਨੂੰ ਇੱਦਾਂ ਲੱਗਿਆ ਕਿ ਅਸੀਂ ਕੈਨੇਡਾ ਵਰਗੇ ਮੁਲਕ 'ਚ ਬੈਠੇ ਹਾਂ, ਅਸੀਂ ਓਨਟਾਰੀਓ ਪ੍ਰੋਵਿੰਸ 'ਚ ਬੈਠੇ ਹਾਂ ਅਤੇ ਸਾਨੂੰ ਇਸ ਪ੍ਰੋਵਿੰਸ ਦੇ ਵਿੱਚ ਐਸੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਪਈਆਂ। ਇੱਕ ਬੰਦਾ ਚੰਗੀ ਭਲੀ ਜ਼ਿੰਦਗੀ ਕੱਟਦਾ ਸਿਰਫ ਸਾਡਾ ਹੈਲਥ ਇਨਫਰਾਸਟ੍ਰਕਚਰ ਵਧੀਆ ਨਾ ਹੋਣ ਕਰਕੇ ਇਸ ਬੰਦੇ ਦੀ ਇਹ ਹਾਲਤ ਹੋਈ ਹੈ। ਹੋਰ ਇਸ ਦੇ ਲਈ ਮੈਂ ਅਗਰ ਕਹਾਂ ਕਿ ਲਿਬਰਲਸ ਕੰਜ਼ਰਵੇਟਿਵ ਜਾਂ NDP ਦੀ ਜ਼ਿੰਮੇਵਾਰੀ, ਮੈਂ ਲਾਈਕ ਆਮ ਨਾਟ ਗੋਇੰ ਟੂ ਸਟਾਰਟ ਬਲੇਮਿੰਗ ਐਨੀਵਨ ਬਟ ਦ ਪੁਆਇੰਟ ਇਜ਼ ਵੀ ਸ਼ੁੱਡ ਲਰਨ ਲੈਸਨਸ। ਇਹ ਜ਼ਿੰਦਗੀ ਦਾ ਇੱਕ ਐਸਾ ਸਬਕ ਆ ਜਿਹਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਆ। ਵੀ ਨੀਡ ਹਸਪੀਟਲਸ, ਵੀ ਨੀਡ ਹੈਲਥ ਇਨਫਰਾਸਟ੍ਰਕਚਰ ਇਨ ਬਰੈਂਪਟਨ। ਸਾਡੇ ਸੱਚੀ ਹਾਲ ਬਹੁਤ ਜ਼ਿਆਦਾ ਮਾੜਾ ਆ ਹੈਲਥ ਇਨਫਰਾਸਟ੍ਰਕਚਰ। ਹੋਰ ਅਸੀਂ ਕਿਹੜੀਆਂ ਇਨਫਰਾਸਟ੍ਰਕਚਰ ਦੀਆਂ ਗੱਲਾਂ ਕਰਦੇ ਹੈਗੇ ਹਾਂ? ਜਿਸ ਸ਼ਹਿਰ ਕੋਲੇ ਹੈਲਥ ਇਨਫਰਾਸਟ੍ਰਕਚਰ ਪ੍ਰੋਪਰ ਨਹੀਂ ਆ, ਜਿਸ ਸ਼ਹਿਰ ਕੋਲੇ ਐਜੂਕੇਸ਼ਨ ਕਲਾਸਿਸ ਦੇ ਸਾਈਜ਼ਸ ਇੰਨੇ ਵੱਡੇ ਆ, ਉਹਦੇ ਵਿੱਚ ਦੂਜੇ ਇਨਫਰਾਸਟ੍ਰਕਚਰ ਦੀ ਗੱਲ ਹੀ ਕਿੱਥੇ ਆ ਜਾਂਦੀ ਹੈ? ਸਾਡੇ ਬੇਸਿਕ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਅਗਰ ਉਹ ਨਹੀਂ ਇੱਥੇ ਹੈਗੀਆਂ, ਬਾਕੀ ਚੀਜ਼ਾਂ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਅਜੇ। ਬਿਲਕੁਲ ਠੀਕ ਹੈ ਜੀ। ਔਰ ਬਰੈਂਪਟਨ ਇਸ ਵੇਲੇ ਫਾਸਟੈਸਟ ਗਰੋਇੰਗ ਸਿਟੀ ਹੈ ਕੈਨੇਡਾ ਦੇ ਵਿੱਚ, ਆਪਾਂ ਸਾਰੇ ਜਾਣਦੇ ਹਾਂ। ਔਰ ਸਟੂਡੈਂਟ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਵਸ ਰਹੇ ਨੇ, ਸੈਟਲ ਹੋ ਰਹੇ ਨੇ। ਅਫੋਰਡੇਬਲ ਹਾਊਸਿੰਗ ਬੜਾ ਵੱਡਾ ਆਪਣੇ ਆਪ 'ਚ ਇੱਕ ਚੈਲੰਜ ਹੈ, ਇਨਫਰਾਸਟ੍ਰਕਚਰ ਆਪਣੇ ਆਪ 'ਚ ਬੜਾ ਵੱਡਾ ਚੈਲੰਜ ਹੈ। ਔਰ ਇਸੇ ਕਰਕੇ ਹੀ ਸ਼ਾਇਦ ਬਰੈਂਪਟਨ ਓਵਰ ਕਰਾਊਡਡ ਜਿਹੜਾ ਬੰਦਾ ਜਾ ਰਿਹਾ। ਤਾਂ ਵੱਡਾ ਸ਼ਹਿਰ ਜਦੋਂ ਹੁੰਦਾ ਉਹਦੇ ਵੱਡੇ ਵੱਡੇ ਚੈਲੰਜਸ ਹੁੰਦੇ ਆ। ਪਰ ਉਹੀ ਗੱਲ ਅਨਫੋਰਚੂਨੇਟਲੀ ਕਿ ਉਹ ਮੁੱਦੇ ਜਿਹੜੇ ਅਸੀਂ ਪਿਛਲੀਆਂ ਵੋਟਾਂ ਵੇਲੇ ਵੀ, ਪਿਛਲੇ ਇਲੈਕਸ਼ਨ 'ਚ ਵੀ ਡਿਸਕਸ ਕਰਦੇ ਸੀ, ਅੱਜ ਫਿਰ ਉੱਥੇ ਖੜ੍ਹੇ ਨੇ। ਔਰ ਮੈਨੂੰ CBC ਵਾਲੇ ਇੰਟਰਵਿਊ ਕਰਨ ਆਏ ਸੀਗੇ ਪਿਛਲੇ ਹਫਤੇ। ਉਹਨਾਂ ਨੇ ਦੇਖਿਆ ਕਿ ਜਿਹੜਾ 2006 ਦੇ ਵਿੱਚ ਅਸੀਂ ਜਿਹੜੀ ਬੜੀ ਵੱਡੀ ਡੈਮੋਨਸਟ੍ਰੇਸ਼ਨ ਕੀਤੀ ਸੀ, ਹਜ਼ਾਰਾਂ ਲੋਕ ਇਕੱਠੇ ਹੋਏ ਸੀ ਕਿ ਸਾਨੂੰ ਇੱਕ ਹੋਰ ਹਸਪੀਟਲ ਦੀ ਲੋੜ ਹੈ। ਉਹ ਮੈਨੂੰ ਇਹੀ ਪੁੱਛ ਰਹੇ ਸੀਗੇ ਵੀ ਤੁਸੀਂ ਲਗਭਗ 16-17 ਸਾਲ ਪਹਿਲਾਂ ਵੀ ਇਹ ਮੁੱਦਾ ਲੜ ਰਹੇ ਸੀ ਅਤੇ 16 ਸਾਲ ਬਾਅਦ ਵੀ ਅੱਜ ਵੀ ਇਹ ਲੜਾਈ ਲੜ ਰਹੇ ਹੋ। ਤੋ ਆਈ ਸੈਡ ਕਿ ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਉਸ ਵੇਲੇ ਦੇ ਪ੍ਰੀਮੀਅਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਇੱਕ ਹਸਪੀਟਲ ਹੋਰ ਦੇਣਗੇ, ਜਿਹੜਾ ਨਹੀਂ ਦਿੱਤਾ। ਤੋ ਜਗਮੀਤ ਸਿੰਘ ਹੋਰਾਂ ਨੇ 15 ਸਾਲ ਪਹਿਲਾਂ, ਮੈਨੂੰ ਯਾਦ ਆ 10-12-15 ਸਾਲ ਪਹਿਲਾਂ, ਜਦੋਂ ਡਿਪਟੀ ਲੀਡਰ ਸੀ ਇੱਥੇ ਆਪਣੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ, ਉਦੋਂ ਉਹਨਾਂ ਨੇ 15% ਕੱਟ ਦੀ ਗੱਲ ਕੀਤੀ ਸੀ ਇੰਸ਼ੋਰੈਂਸ ਦੇ ਵਿੱਚ। ਅੱਜ ਵੀ ਉਹ ਲੜਾਈ ਚੱਲ ਰਹੀ ਹੈ। ਯੂਨੀਵਰਸਿਟੀ ਦਾ ਤਾਂ ਕੋਈ ਪਤਾ ਹੀ ਨਹੀਂ ਮਿਲੇਗੀ ਕਿ ਨਹੀਂ ਮਿਲੇਗੀ, ਮਿਲਦੀ ਮਿਲਾਈ ਰਹਿ ਗਈ। ਸੋ ਇਹ ਸਾਰੇ ਉਹ ਮੁੱਦੇ ਹੈ, ਇਹ ਅਜੇ ਵੀ ਹਰ ਇਲੈਕਸ਼ਨ ਆਫਟਰ ਇਲੈਕਸ਼ਨ ਉੱਦਾਂ ਹੀ ਖੜ੍ਹੇ ਆ ਉੱਥੇ। ਤੋ ਅਫਸੋਸ ਦੀ ਗੱਲ ਇਹੀ ਹੈ ਕਿ ਪੋਲੀਟੀਸ਼ੀਅਨ ਆਉਂਦੇ ਆ, ਵਾਅਦੇ ਕਰਕੇ ਚਲੇ ਜਾਂਦੇ ਆ, ਲੇਕਿਨ ਐਕਚੁਅਲ ਕੁਛ ਹੁੰਦਾ ਨਹੀਂ। That is very true and very unfortunate. ਜਦੋਂ ਮੈਂ ਦਰਵਾਜ਼ਿਆਂ ਤੇ ਵੀ ਜਾ ਰਿਹਾ, I'm saying this, I'm talking to people ਕਿ ਕੁਛ ਨਵਾਂ ਆਇਆ। ਲਾਈਕ ਈਵਨ ਮੈਂ ਵੀ ਜਦੋਂ ਡੋਰ ਤੇ ਜਾ ਰਿਹਾ, ਮੈਂ ਵੀ ਉਹੀ ਗੱਲਾਂ ਤੁਹਾਨੂੰ ਰਿਪੀਟ ਕਰ ਰਿਹਾ। ਪਰ ਕਿਉਂ? ਕਿਉਂਕਿ ਸਾਨੂੰ ਉਹ ਚੀਜ਼ਾਂ ਹੀ ਨਹੀਂ ਮਿਲੀਆਂ ਹੈਗੀਆਂ। ਸਾਡੀ ਇਟਸ ਅ ਫੇਲੀਅਰ ਆਫ ਪੋਲੀਟੀਕਲ ਲੀਡਰਸ਼ਿਪ ਕਿ ਅਸੀਂ ਆਪਣੇ ਸ਼ਹਿਰ ਵਾਸਤੇ, ਸੂਬਾ ਦੂਰ ਦੀ ਗੱਲ ਆ, ਅਸੀਂ ਤਾਂ ਆਪਣੇ ਸ਼ਹਿਰ ਵਾਸਤੇ ਹੀ ਕੁਛ ਨਹੀਂ ਲੈ ਕੇ ਆ ਸਕੇ। ਹੋਰ ਇੱਕ ਚੀਜ਼ ਹੋਰ ਵੀ ਹੈ, ਐਤਕੀ ਇੱਕ ਆਪਸ਼ਨ ਸੀਗੀ ਕਿ ਸਰਕਾਰ ਦੀ ਚਾਬੀ ਜਿਹੜੀ ਸੀ ਉਹ ਬਰੈਂਪਟਨ ਕੋਲੇ ਸੀਗੀ, ਬਰੈਂਪਟਨ ਦੇ ਬੰਦਿਆਂ ਕੋਲੇ ਸੀਗੀ, ਪਰ ਫਿਰ ਵੀ we couldn't get the things that we should have got and that's not okay. ਅਸੀਂ ਅੱਜ I'm sorry to say this but ਅੱਜ ਜਦੋਂ ਲਿਬਰਲਸ ਆ ਕੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ, ਬਿਲ 124 ਦੀ ਗੱਲ ਕਰਦੇ ਆ, ਉਦੋਂ I feel like betrayed ਕਿ ਇਹ ਉਹੀ ਤਾਂ ਬੰਦੇ ਆ ਜਿਨ੍ਹਾਂ ਨੇ 1600 ਨਰਸਿਸ ਤੱਕ ਕੇ ਲੇ-ਆਫਸ ਕੀਤੀਆਂ ਸੀਗੀਆਂ। ਜਾਂ ਜਦੋਂ ਕੰਜ਼ਰਵੇਟਿਵਸ ਐਜੂਕੇਸ਼ਨ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਤਾਂ ਮੈਨੂੰ 2018 ਦੇ ਵਿੱਚ ਯੂਨੀਵਰਸਿਟੀ ਆਈ ਹੋਈ ਵਾਪਸ ਚਲੇ ਗਈ। ਜਾਂ ਜਿਵੇਂ ਹੀ ਸਰਕਾਰ ਬਣੀ, ਕਿਸ ਤਰੀਕੇ ਦੇ ਨਾਲ ਟੀਚਰਸ ਨੂੰ ਟਰੀਟ ਕੀਤਾ ਗਿਆ, ਕਿਵੇਂ ਸਾਡੇ ਕਲਾਸਰੂਮਸ ਵੱਡੇ ਲਾਈਕ ਇਹਨਾਂ ਨੂੰ I'm not a politician, ਮੈਂ ਤਾਂ ਆਮ ਬੰਦਿਆਂ ਵਿੱਚੋਂ ਦੀ ਇੱਕ ਇੱਥੇ ਬੈਠਾ ਹਾਂ, ਬਟ ਆਈ ਫੀਲ ਕਿ ਇਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਲੋਕੀ ਭੁੱਲ ਜਾਂਦੇ ਆ, ਜੋ ਮਰਜ਼ੀ ਕਹਿ ਦਿਓ ਦੁਬਾਰਾ ਤੋਂ ਫਿਰ 4 ਸਾਲ ਬਾਅਦ ਉਹੀ ਇਸ਼ੂਜ਼ ਵਾਪਸ ਉਭਾਰੀ ਚੱਲੋ। ਹਾਈ ਟਾਈਮ, ਦਿਸ ਇਜ਼ ਹਾਈ ਟਾਈਮ, ਬਹੁਤ ਹੋ ਗਿਆ।
ਆਪਾਂ ਵੀ ਬਾਰ-ਬਾਰ ਮੌਕਾ ਦਿੱਤਾ ਲਿਬਰਲਸ ਕੰਜ਼ਰਵੇਟਿਵਸ ਨਾਓ ਵੀ ਨੀਡ ਟੂ ਚੇਂਜ ਦਿਸ ਸਾਨੂੰ ਪੈਟਰਨ ਹੀ ਚੇਂਜ ਕਰਨਾ ਪਊਗਾ ਜਿਹੜਾ ਬੰਦਾ ਤੁਹਾਡੇ ਲਈ ਖੜਦਾ ਆ ਯੂ ਸ਼ੁਡ ਸਪੋਰਟ ਦੈਟ ਪਰਸਨ ਜਿਹੜੀਆਂ ਪਾਰਟੀਆਂ ਤੁਹਾਡੇ ਨਾਲ ਨਹੀਂ ਖੜਦੀਆਂ ਉਹਨੂੰ ਸਪੋਰਟ ਕਰਨੀ ਨਹੀਂ ਚਾਹੀਦੀ ਹੈਗੀ ਲੋ ਜੀ ਇਹ ਸੀ ਸਾਡੀ ਗੱਲਬਾਤ ਸੰਦੀਪ ਹੋਰਾਂ ਦੇ ਨਾਲ ਬਰੈਂਪਟਨ ਨਾਰਥ ਤੋਂ ਇਸ ਵੇਲੇ ਉਮੀਦਵਾਰ ਨੇ ਐਨਡੀਪੀ ਦੇ ਆਪਣੇ ਵਿਚਾਰ ਦੇ ਰਹੇ ਸੀ ਪਰ ਵੋਟ ਦਾ ਹੱਕ ਤੁਹਾਡਾ ਹੈ ਫੈਸਲਾ ਤੁਹਾਡਾ ਹੈ ਤੁਸੀਂ ਜੱਜ ਕਰੋ ਸਭ ਨੂੰ ਪੁੱਛੋ ਡੋਰ ਤੇ ਆਇਆਂ ਨੂੰ ਜਿਹੜੇ ਵੀ ਉਮੀਦਵਾਰ ਆਉਂਦੇ ਆ ਕਿਸੇ ਵੀ ਪਾਰਟੀ ਤੋਂ ਹੋਣ ਔਰ ਕੋਈ ਵੀ ਰਾਈਡਿੰਗ ਤੁਸੀਂ ਰਹਿੰਦੇ ਹੋ ਹਰ ਇੱਕ ਰਾਈਡਿੰਗ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਜਾਗਰੂਕ ਬਣੋ ਮੁੱਦਿਆਂ ਨੂੰ ਸਮਝੋ ਉਸ ਤੋਂ ਬਾਅਦ ਆਪਣੀ ਵੋਟ ਦਾ ਇਸਤੇਮਾਲ ਕਰੋ ਲੇਕਿਨ ਫਿਰ ਬਾਰ ਐਂਡ ਆਫ ਦਾ ਪ੍ਰੋਗਰਾਮ ਦੇ ਵਿੱਚ ਮੇਰੀ ਰਿਕੁਐਸਟ ਤੁਹਾਨੂੰ ਫਿਰ ਇਹੀ ਹੈ ਕਿ ਵੋਟ ਜ਼ਰੂਰ ਪਾਉਣ ਜਾਣਾ ਚਾਹੇ ਹੁਣੇ ਚਲੇ ਜਾਓ ਇਸ ਐਡਵਾਂਸ ਪੋਲਿੰਗ ਦੇ ਦੌਰਾਨ ਚਾਹੇ 2 ਜੂਨ ਨੂੰ ਚਲੇ ਜਾਣਾ ਔਰ ਅੱਛੀ ਖਾਸੀ ਵੋਟਿੰਗ ਹੋਣੀ ਚਾਹੀਦੀ ਹੈ ਤਾਂ ਕਿ ਇਹ ਗੱਲ ਮੈਸੇਜ ਜਾਵੇ ਕਿ ਜਿਹੜੇ ਆਪਣੀ ਭਾਈਚਾਰੇ ਦੇ ਲੋਕ ਹੈ ਇਹ ਇਲੈਕਸ਼ਨ 'ਚ ਖੜਨਾ ਹੀ ਨਹੀਂ ਜਾਣਦੇ ਇਲੈਕਸ਼ਨ 'ਚ ਹਰ ਤਰੀਕੇ ਨਾਲ ਪਾਰਟਿਸਿਪੇਟ ਵੀ ਕਰਦੇ ਆ ਵੋਟ ਵੀ ਪਾਉਣ ਜਾਂਦੇ ਆ ਤਾਂ ਮੈਕਸਿਮਮ ਵੋਟ ਪਾਉਣ ਜਾਓ ਆਪਣੇ ਹੱਕ ਦਾ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਸੰਦੀਪ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਆਪਣੇ ਵਿਚਾਰ ਦਿੱਤੇ ਹੈ ਐਂਡ ਆਫ ਦਾ ਡੇ ਫੈਸਲਾ ਦੇ ਵੋਟਰਸ ਦਾ ਹੈ ਜੋ ਵੋਟਰ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਪਰ ਥੈਂਕ ਯੂ ਸੋ ਮਚ ਫॉर ਕਮਿੰਗ ਟੂ ਸਟੂਡੀਓ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਆਈ ਐਮ ਹੋਪਫੁਲ ਕਿ ਸਰੋਤੇ ਬਹੁਤ ਸਿਆਣੇ ਆ ਉਹਨਾਂ ਨੇ ਡਿਸੀਜਨ ਸਹੀ ਲੈਣਾ ਆ ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਲੜਾਈ ਆ ਉਹ ਐਨਡੀਪੀ ਤੇ ਕੰਜ਼ਰਵੇਟਿਵਸ ਦੇ ਵਿਚਕਾਰ ਆ ਸੋ ਬਹੁਤ ਸਮਝਦਾਰੀ ਦੇ ਨਾਲ ਆਪਣੇ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਵੋਟ ਪਾਉਣੀ ਚਾਹੀਦੀ ਹੈ ਲੋ ਜੀ ਇਹ ਸੀ ਸਾਡੇ ਅੱਜ ਦੇ ਉਮੀਦਵਾਰ ਔਰ ਕੱਲ੍ਹ ਨੂੰ ਅਸੀਂ ਹਾਜ਼ਰ ਹੋਣਾ ਇੱਕ ਨਵੇਂ ਉਮੀਦਵਾਰ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਪ੍ਰਵਾਸੀ ਟੀਵੀ ਦਾ ਸਾਡਾ ਸਾਥ ਦੇਣ ਲਈ